ਬਾਦਲ ਦੀ ਸਰਕਾਰ 'ਚ ਗੁਰੂ ਗ੍ਰੰਥ ਸਾਹਿਬ ਚੋਰੀ ਹੁੰਦਾ, ਵੰਗਾਰ ਕੇ ਪਾੜਿਆ ਜਾਂਦਾ, ਸਾੜਿਆ ਜਾਂਦਾ ਤੇ ਸਾੜਨ ਵਾਲੇ ਨੂੰ ਪਾੜਨ ਵਾਲੇ ਨੂੰ ਬਾਦਲ 3 ਸਾਲ ਐਜ਼ ਸੀਐਮ ਬੁੱਕਲ 'ਚ ਲੈ ਕੇ ਪਾਲਦਾ। ਉਹਦੇ ਲਈ ਕੌਣ ਗੁਨਾਹਗਾਰ ਹੈ? ਇਹ 'ਚ ਕਿਹੜੀ ਸਿਆਸਤ ਹੈ? ਪ੍ਰਕਾਸ਼ ਸਿੰਘ ਬਾਦਲ ਇਹਦਾ ਪੁੱਤਰ, ਇਹਦਾ ਡੀਜੀਪੀ ਦਾ ਅਮਲਾ ਫੈਲਾ ਦੋਸ਼ੀ ਹੈ ਬਰਗਾੜੀ ਕਾਂਡ ਦਾ, ਬਹਿਬਲ ਕਲਾਂ ਕਾਂਡ ਦਾ, ਬੱਚਿਆਂ ਦੇ ਕਤਲ ਦਾ, ਜਿਹੜੇ ਜ਼ਖਮੀ ਹੋ ਉਹਨਾਂ ਦਾ, ਤੇ ਉਹਨਾਂ ਦੀਆਂ ਗਵਾਹੀਆਂ ਹੋਈਆਂ ਨੇ। ਸੁਖਬੀਰ ਸਿੰਘ ਬਾਦਲ ਕਹਿੰਦੇ ਸਾਨੂੰ ਤਾਂ 100 ਤੋਂ ਵੱਧ ਜਿਹੜਾ ਸਮਾਂ ਹੋ ਗਿਆ, 100 ਸਾਲ ਪੁਰਾਣੀ ਜਿਹੜੀ ਸਾਡੀ ਪਾਰਟੀ ਹੈ, ਇੱਕ ਧਾਰਮਿਕ 100 ਸਾਲ ਤੋਂ ਪੁਰਾਣੀ ਇਹਦੇ ਪਿਓ ਦੀ ਪਾਰਟੀ ਨਹੀਂ, ਸਿੱਖਾਂ ਦੀ ਪਾਰਟੀ ਸੀ। ਉਹਦੇ ਤੇ ਸਿੱਖਾਂ ਦਾ ਯਕੀਨ ਹੋਣ ਕਰਕੇ ਉਹਦਾ ਨਜਾਇਜ਼ ਫਾਇਦਾ ਲੈ ਗਏ। ਇਹ ਇਹਨਾਂ ਦੇ ਬਾਪ ਦੀ ਕੰਪਨੀ ਹੈ। ਸਿੱਖਾਂ ਦਾ ਖਾ ਕੇ, ਸਿੱਖਾਂ ਦੀ ਗੋਲਕ ਖਾ ਕੇ ਤੁਸੀਂ ਰਾਜਨੀਤੀ ਕਰ ਰਹੇ ਹੋ, ਤੁਸੀਂ ਵੋਟਾਂ ਖਰੀਦ ਰਹੇ ਹੋ ਲੋਕਾਂ ਦੇ 10-10 ਰੁਪਏ ਮੱਥਾ ਟਿਕਾਈ ਤੇ। ਇੱਥੋਂ ਕਿ ਸਾਡੀ ਪਾਰਟੀ, ਤੁਹਾਡੀ ਪਾਰਟੀ ਕਿੱਥੋਂ ਆ ਗਈ ਹੈ? ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਬਾਦਲ ਪਰਿਵਾਰ ਨੇ ਜਿਹੜਾ ਇੱਕ ਪੰਥਕ ਪਾਰਟੀ ਸੀ, ਸ਼੍ਰੋਮਣੀ ਅਕਾਲੀ ਦਲ ਇੱਕ ਪੰਥਕ ਪਾਰਟੀ ਉੱਭਰੀ ਸੀਗੀ, 100 ਸਾਲ ਪੁਰਾਣੀ ਪਾਰਟੀ ਹੈ, ਪੰਥਕ ਪਾਰਟੀ, ਵੀ ਇਸ ਨੂੰ ਬਦਨਾਮ ਕਰਨ ਦੇ ਵਿੱਚ ਬਾਦਲ ਪਰਿਵਾਰ ਦਾ? ਮੈਂ ਕਹਤਾ ਜੀ ਲੱਗਦਾ ਨਹੀਂ, ਕਲੀਅਰ ਆ ਜੋ ਕੁਛ ਆ ਸਾਹਮਣੇ ਆ ਸਾਡੇ। ਹੁਣ ਇਸ ਟੱਬਰ ਦੀ ਤੇ ਅਕਾਲੀ ਦਲ ਦੇ ਜਿਹੜੇ ਕਰਿੰਦੇ ਆ ਬਾਦਲ ਦੇ, ਉਹਨਾਂ ਦੀ ਮੱਤ ਮਾਰੀ ਗਈ। ਉਹ ਸੋਚਦੇ ਵੀ ਅਸੀਂ ਜਿਹੜਾ ਝੂਠ ਬੋਲ ਰਹੇ ਉਹਨੂੰ ਦੁਨੀਆ ਨਹੀਂ ਦੇਖ ਰਹੀ, ਅਸੀਂ ਤਾਂ ਨਿਕਲ ਗਏ। ਲੇਕਿਨ ਪ੍ਰਮਾਤਮਾ ਦੀ ਡਾਂਗ ਬਹੁਤ ਤੱਕੀ, ਉਹ ਜਦੋਂ ਵੱਜਦੀ ਨਾ ਸੱਟ ਮਾਰਦੀ ਆ ਤੇ ਆਵਾਜ਼ ਨਹੀਂ ਆਉਂਦੀ। ਇਹ ਇਹਨਾਂ ਨੂੰ ਸਮਝ ਲੈਣਾ ਚਾਹੀਦਾ, ਇਹਨਾਂ ਦਾ ਰਹਿਣਾ ਹੀ ਕੱਖ ਨਹੀਂ, ਵਾਕਿਆ ਨਹੀਂ ਕੱਖ ਰਹਿਣਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਗੁਰਪ੍ਰੀਤ ਸਿੰਘ ਬਲ ਨਿਰਪੱਖ ਪੋਸਟ ਚੈਨਲ ਦੇਖ ਰਹੇ ਦਰਸ਼ਕਾਂ ਸਰੋਤਿਆਂ ਦਾ ਸਵਾਗਤ ਕਰਦਾ। ਉਮੀਦ ਕਰਦਾ ਦਰਸ਼ਕੋ ਤੁਸੀਂ ਠੀਕ ਠਾਕ ਹੋਵੋਗੇ। ਕਰੋਨਾ ਦਾ ਇਹ ਟਾਈਮ ਚੱਲ ਰਿਹਾ, ਹਾਲ ਚਾਲ ਪੁੱਛਣਾ ਵਾਜਿਬ ਜੀ ਗੱਲ ਹੈ। ਤੁਸੀਂ ਆਪਣੇ ਘਰਾਂ ਦੇ ਵਿੱਚ ਆਪਣੇ ਪਰਿਵਾਰ ਸਮੇਤ ਤੰਦਰੁਸਤ ਹੋਵੋਗੇ। ਦੋਸਤੋ, ਜਦ ਵੀ ਸਿਆਸਤ ਦੀ ਗੱਲ ਕਰਾਂ ਤਾਂ ਸਿਆਸਤ ਖਾਸ ਕਰਕੇ ਇੰਡੀਅਨ ਪੋਲਿਟਿਕਸ ਦੀ ਜੇ ਮੈਂ ਗੱਲ ਕਰਾਂ, ਸਿਆਸਤ ਇੱਕ ਐਸੀ ਚੀਜ਼ ਆ ਜਿਸ ਨੂੰ ਸਮਝਣ ਦੇ ਲਈ ਪਤਾ ਨਹੀਂ ਕਿੰਨੇ ਦਿਨ ਲੱਗ ਜਾਂਦੇ ਨੇ, ਕਿਉਂਕਿ ਬੜੀ ਬੇਚੀਦੀ ਚੀਜ਼ ਹੈ। ਇੱਕ ਤੋਂ ਇੱਕ ਬਰੀਕ ਚੀਜ਼ਾਂ ਜਿਹੜੀਆਂ ਨੇ ਪੋਲਿਟਿਕਸ ਦੇ ਵਿੱਚ ਪਈਆਂ ਨੇ, ਸਮਝਣ ਵਾਸਤੇ ਸਦੀਆਂ ਲੱਗ ਜਾਂਦੀਆਂ ਨੇ ਕਈ ਵਾਰ ਬੰਦੇ ਨੂੰ ਕਿ ਪੋਲਿਟਿਕਸ ਅਸਲ ਦੇ ਵਿੱਚ ਹੈ ਕੀ। ਤੇ ਖਾਸ ਕਰਕੇ ਜਦ ਪੋਲਿਟਿਕਸ ਨੂੰ ਕਿਸੇ ਧਰਮ ਦੇ ਨਾਲ ਜੋੜ ਦਿੱਤਾ ਜਾਵੇ ਤਾਂ ਫਿਰ ਇਸ ਨੂੰ ਸਮਝਣਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ। ਅਕਸਰ ਪੰਜਾਬ ਦੇ ਵਿੱਚ ਇਹ ਹੁੰਦਾ ਰਿਹਾ ਕਿ ਜਦੋਂ 84 ਆਈ ਤਾਂ 84 ਉਸ ਤੋਂ ਬਾਅਦ ਕਾਫੀ ਜਿਹੜੀ ਚੋਣਾਂ ਦੇ ਵਿੱਚ ਜਦ ਵੀ ਵੋਟਾਂ ਆਉਂਦੀਆਂ ਸੀ ਤਾਂ 84 ਦੇ ਮੁੱਦੇ ਨੂੰ ਉਛਾਲਿਆ ਜਾਂਦਾ ਸੀ। ਪਰ ਉਸ ਤੋਂ ਬਾਅਦ ਜਦ ਹੁਣ ਬਹਿਬਲ ਕਲਾਂ ਗੋਲੀकांड ਦੀ ਗੱਲ ਕਰੀਏ, ਬੇਅਦਬੀ ਕਾਂਡ ਦੀ ਗੱਲ ਕਰੀਏ, ਗੁਰੂ ਸਾਹਿਬਾਨ ਦੀ ਬੇਅਦਬੀ ਹੋਈ ਤਾਂ ਉਹਨਾਂ ਦੋਸ਼ੀ ਜਿਹੜੇ ਸੀ ਹੁਣ ਤੱਕ ਨਹੀਂ ਫੜੇ ਗਏ। ਹੁਣ ਤੱਕ ਜਿਹੜੇ ਨੇ ਉਹ ਖੁੱਲ੍ਹੇ ਘੁੰਮ ਰਹੇ ਨੇ। ਕਿਹੜੇ ਨੇ ਇਹਨਾਂ ਦੇ ਨਾਮ ਤੱਕ ਵੀ ਜਿਹੜੇ ਸਾਹਮਣੇ ਨਹੀਂ ਆਏ। ਇੰਨੇ ਸਾਲ ਬੀਤ ਚੁੱਕੇ, ਪਰ ਜਦ ਵੀ ਵੋਟਾਂ ਕੋਲ ਆਉਂਦੀਆਂ ਨੇ ਤਾਂ ਇਹਨਾਂ ਮੁੱਦਿਆਂ ਨੂੰ ਹੁਣ ਬਹੁਤ ਵੱਡੇ ਪੱਧਰ ਤੇ ਉਛਾਲ ਦਿੱਤਾ ਜਾਂਦਾ ਹੈ। ਹੁਣ 22 ਦੀਆਂ ਚੋਣਾਂ ਦੀ ਜੇ ਮੈਂ ਗੱਲ ਕਰਾਂ ਤਾਂ 22 ਦੀਆਂ ਚੋਣਾਂ ਤਕਰੀਬਨ ਵਿਹੜੇ ਤੇ ਖੜੀਆਂ ਨੇ, 8-9 ਮਹੀਨੇ ਦਾ ਟਾਈਮ ਰਹਿ ਗਿਆ। ਉੱਥੇ ਹੀ ਹੁਣ ਫੇਰ ਤੋਂ ਬੇਅਦਬੀ ਕਾਂਡ ਦੀ ਜੇ ਮੈਂ ਗੱਲ ਕਰਾਂ ਤਾਂ ਨਵੀਂ ਸਿੱਟ ਦਾ ਹੁਣ ਜਿਵੇਂ ਸਰਕਾਰ ਵੱਲੋਂ, ਹਾਈ ਕੋਰਟ ਵੱਲੋਂ ਆਰਡਰ ਕਰ ਦਿੱਤਾ ਗਿਆ ਕਿ ਨਵੀਂ ਸਿੱਟ ਬਣਾਈ ਜਾਵੇ। ਇਹ ਸਾਰੇ ਵਿਸ਼ੇ ਦੇ ਉੱਤੇ ਵਿਚਾਰ ਚਰਚਾ ਕਰਨ ਵਾਸਤੇ ਅੱਜ ਮੇਰੇ ਨਾਲ ਭਾਈ ਰਣਜੀਤ ਸਿੰਘ ਜੀ ਸ਼ਾਮਿਲ ਹੋਣਗੇ। ਸਭ ਤੋਂ ਪਹਿਲਾਂ ਆਪਾਂ ਭਾਈ ਸਾਹਿਬ ਦਾ ਸਵਾਗਤ ਕਰਦੇ ਹਾਂ। ਭਾਈ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਸਵਾਲ ਭਾਈ ਸਾਹਿਬ ਮੇਰਾ ਇਹੀ ਹੋਊਗਾ ਕਿ ਜਦ ਵੀ ਸਿਆਸਤ ਜਿਵੇਂ ਮੈਂ ਸ਼ੁਰੂਆਤ ਕੀਤੀ ਕਿ ਸਿਆਸਤ ਇੱਕ ਬਹੁਤ ਗੰਭੀਰ ਵਿਸ਼ਾ ਹੈ, ਪੋਲਿਟਿਕਸ ਐਡੀ ਕਿ ਡੂੰਘੀ ਚੀਜ਼ ਆ ਵੀ ਜਿੰਨਾ ਵੜ ਜਾਓ ਉਨਾ ਹੀ ਛੋਟੀ। ਹਮੇਸ਼ਾ ਜਦ ਵੀ ਵੋਟਾਂ ਆਉਂਦੀਆਂ ਨੇ ਤਾਂ ਇਹਨਾਂ ਪਹਿਲਾਂ 84 ਦੇ ਮੁੱਦਿਆਂ ਨੂੰ ਉਛਾਲਿਆ ਜਾਂਦਾ ਸੀਗਾ ਕਿ 84 ਦੇ ਦੋਸ਼ੀਆਂ ਨੂੰ ਫੜਿਆ ਜਾਵੇ। ਹੁਣ ਇਹ ਬਹਿਬਲ ਕਲਾਂ ਗੋਲੀकांड ਜਿਹੜਾ ਹੋ ਗਿਆ ਜਾਂ ਗੁਰੂ ਸਾਹਿਬਾਨ ਦੀ ਜਿਹੜੀ ਬੇਅਦਬੀ ਹੋਈ ਉਸ ਨੂੰ ਉਛਾਲ ਦਿੱਤਾ ਜਾਂਦਾ। ਤੁਹਾਨੂੰ ਲੱਗਦਾ ਵੀ 22 ਦੀ ਚੋਣਾਂ ਤੋਂ ਪਹਿਲਾਂ ਵੀ ਜਿਹੜੇ ਦੋਸ਼ੀ ਸੀ ਫੜੇ ਜਾਣਗੇ? ਦੇਖੋ, ਜਿੱਥੋਂ ਤੱਕ ਉਛਾਲਣ ਵਾਲੀ ਗੱਲ ਆ ਵੀ ਪਹਿਲੀ ਗੱਲ ਤਾਂ ਇਹ ਹੈ ਵੀ ਇਹ ਸਾਡੇ ਵਿਰੁੱਧ ਜਿਹੜੇ ਭੁਗਤਣ ਵਾਲੇ ਹੀ ਸਾਡੇ ਆਪਣੇ ਲੀਡਰ ਨੇ। ਸਰਕਾਰ ਬਾਦਲ ਦੀ ਆ, ਬਾਦਲ ਦੀ ਸਰਕਾਰ 'ਚ ਗੁਰੂ ਗ੍ਰੰਥ ਸਾਹਿਬ ਚੋਰੀ ਹੁੰਦਾ, ਵੰਗਾਰ ਕੇ ਪਾੜਿਆ ਜਾਂਦਾ, ਸਾੜਿਆ ਜਾਂਦਾ ਤੇ ਸਾੜਨ ਵਾਲੇ ਨੂੰ ਪਾੜਨ ਵਾਲੇ ਨੂੰ ਬਾਦਲ 3 ਸਾਲ ਐਜ਼ ਸੀਐਮ ਬੁੱਕਲ 'ਚ ਲੈ ਕੇ ਪਾਲਦਾ। ਉਹਦੇ ਲਈ ਕੌਣ ਗੁਨਾਹਗਾਰ ਹੈ? ਇਹ 'ਚ ਕਿਹੜੀ ਸਿਆਸਤ ਹੈ? ਤੇ ਉਸ ਸਿਆਸਤ ਨੂੰ ਅਸੀਂ ਹੋਰ ਕਿਸ ਤਰ੍ਹਾਂ ਸਮਝੀਏ? ਇਹ ਤਾਂ ਬੜਾ ਨੰਗੀ ਚਿੱਠੀ ਦੀ ਗੱਲ ਹੈ। ਫਿਰ ਉਹਦੇ ਇਵਜ਼ ਦੇ ਵਿੱਚ ਸਿੱਖ ਪ੍ਰੋਟੈਸਟ ਕਰਦੇ ਨੇ, ਸੜਕ 'ਤੇ ਬੈਠਦੇ, ਤੇ ਸੁਖਬੀਰ ਹੁਕਮ ਦਿੰਦਾ ਕਿ ਇਹਨਾਂ ਨੂੰ 6 ਵਜੇ ਤੋਂ ਪਹਿਲਾਂ ਮੈਨੂੰ ਰੋਡ ਖਾਲੀ ਚਾਹੀਦਾ। ਇਹ ਟੈਲੀਫੋਨ ਕਰਕੇ ਰਾਤ ਨੂੰ 2-2 ਵਜੇ ਉੱਠ ਕੇ ਸੀਐਮ ਟੈਲੀਫੋਨ ਕਰੇ ਡੀਜੀਪੀ ਨੂੰ, ਤਾਂ ਉਹਦਾ ਮਤਲਬ ਕੀ ਹੈ? ਤੋ ਜਦੋਂ ਗੋਲੀਆਂ ਨਾਲ ਤੁਸੀਂ ਵਿਨ ਦਿੰਦੇ ਹੋ ਤੇ ਵਿਨ ਦੀ ਤੁਹਾਡੀ ਪੁਲਿਸ ਤੇ ਐਜ਼ ਸੀਐਮ ਬਾਦਲ ਕਹੇ ਕਿ ਅਣਪਛਾਤੀ ਪੁਲਿਸ ਮਾਰ ਗਈ। ਇੱਕ ਥਾਣੇ ਦਾ ਮੁਨਸ਼ੀ ਕਹਿ ਸਕਦਾ
ਕਿ ਇਸ ਪੁਲਿਸ ਅਫਸਰ ਨੂੰ ਇੰਨੀਆਂ ਗੋਲੀਆਂ ਇੰਨੀ ਰਾਈਫਲ ਦਿੱਤੀਆਂ, ਇਹਦੀ ਅਗਵਾਈ 'ਚ ਇੰਨੀ ਟੀਮ ਗਈ, ਹਰੇਕ ਬੰਦੇ ਦੇ ਪਿੱਛੇ ਗੋਲੀਆਂ ਤੇ ਰਾਈਫਲ ਚੜ੍ਹੀ ਹੁੰਦੀ ਆ, ਉਹਦੇ ਸਾਈਨ ਹੁੰਦੇ ਨੇ ਬਕਾਇਦਾ ਵੀ ਜਦੋਂ ਵਾਪਸ ਕਰਾਉਂਦਾ ਕਿੰਨੀਆਂ ਗੋਲੀਆਂ ਚੱਲੀਆਂ ਦੱਸਣਾ ਪੈਂਦਾ। ਤੇ ਬਾਦਲ ਕਹਿੰਦਾ ਅਣਪਛਾਤੀ ਪੁਲਿਸ ਮਾਰ ਗਈ, ਪੁਲਿਸ ਦੂਸਰੀ ਸਟੇਟ ਦੀ ਆ ਕੇ ਮਾਰ ਗਈ, ਇਸ ਨੂੰ ਇਹਨੂੰ ਪਤਾ ਨਹੀਂ ਅੰਨਾ। ਤੋ ਅੱਜ ਇਹ ਕਹੇ ਕਿ ਦੋਸ਼ੀ ਕੋਈ ਨਹੀਂ, ਅੱਜ ਕੋਰਟ ਕਹੇ ਕਿ ਕਲੀਨ ਚਿੱਟ ਇਹਨਾਂ ਨੂੰ, ਤੇ ਇਹ ਸਿਆਸਤ ਸਾਨੂੰ ਤਾਂ ਸਮਝ ਆਉਂਦੀ, ਹੋਰ ਕਿਸੇ ਨੂੰ ਆਵੇ ਜਾਂ ਨਾ ਆਵੇ, ਅਸੀਂ ਕੀ ਲੈਣਾ ਦੇਣਾ। ਸਾਨੂੰ ਆਉਂਦੀ ਸਿਆਸਤ ਸਮਝੇ। ਇਹ ਪ੍ਰਕਾਸ਼ ਸਿੰਘ ਬਾਦਲ, ਇਹਦਾ ਪੁੱਤਰ, ਇਹਦਾ ਡੀਜੀਪੀ ਦਾ ਅਮਲਾ ਫੈਲਾ ਦੋਸ਼ੀ ਆ ਬਰਗਾੜੀ ਕਾਂਡ ਦਾ, ਬਹਿਬਲ ਕਲਾਂ ਕਾਂਡ ਦਾ, ਬੱਚਿਆਂ ਦੇ ਕਤਲ ਦਾ, ਜਿਹੜੇ ਜ਼ਖਮੀ ਹੋ ਉਹਨਾਂ ਦਾ, ਤੇ ਉਹਨਾਂ ਦੀਆਂ ਗਵਾਹੀਆਂ ਹੋਈਆਂ ਨੇ। ਗਵਾਹੀਆਂ ਹਵਾ 'ਚ ਨਹੀਂ ਲਈਆਂ। ਇੱਕ ਇਨਵੈਸਟੀਗੇਸ਼ਨ ਅਫਸਰ ਨੇ ਇੱਕ ਬੰਦੇ ਕੋਲ ਜਾ ਕੇ ਪ੍ਰੂਫ ਲਏ ਨੇ, ਗਵਾਹੀਆਂ ਲਈਆਂ ਨੇ। ਉਹਨਾਂ ਦੀ ਡਿਸਕਸ ਸੈਸ਼ਨ ਕੋਰਟ ਦੀ ਅਦਾਲਤ 'ਚ ਹੁੰਦੀ ਹੈ, ਹਾਈ ਕੋਰਟ 'ਚ ਨਹੀਂ ਹੁੰਦੀ। ਤੋ ਇਹ ਜਿਹੜਾ ਫੈਸਲਾ ਆਇਆ ਕਿ ਕਲੀਨ ਚਿੱਟ ਬਾਦਲ ਨੂੰ ਤੇ ਇਨਵੈਸਟੀਗੇਸ਼ਨ ਨੂੰ ਹਟਾ ਕੇ ਇੱਕ ਕਲੀਨ ਚਿੱਟ ਦੇ ਰਹੇ ਹੋ, ਇੱਕ ਇਨਵੈਸਟੀਗੇਸ਼ਨ 6 ਮਹੀਨਿਆਂ 'ਚ ਹੋਵੇ। ਇਨਵੈਸਟੀਗੇਸ਼ਨ ਕਿਹਦੀ ਕਰ ਰਹੇ ਹੋ ਤੁਸੀਂ? ਜਦੋਂ ਤੁਸੀਂ ਕਲੀਨ ਚਿੱਟ ਦੇ ਰਹੇ ਹੋ ਪਿਓ ਪੁੱਤਾਂ ਨੂੰ, ਇਨਵੈਸਟੀਗੇਸ਼ਨ ਕਿਹਦੀ ਹੋਊਗੀ? ਹਾਈ ਕੋਰਟ ਆਰਡਰ ਦੇ ਰਿਹਾ ਕਿ ਕਲੀਨ ਚਿੱਟ ਪ੍ਰਕਾਸ਼ ਸਿੰਘ ਬਾਦਲ ਨੂੰ, ਉਹਦੇ ਪੁੱਤਰ ਨੂੰ, ਤੇ ਇਨਵੈਸਟੀਗੇਸ਼ਨ ਕਿਹਦੇ ਖਿਲਾਫ ਕੌਣ ਕਰੂਗਾ? ਕਿਹੜੀ ਸਰਕਾਰ ਕਰੂਗੀ? ਸੁਖਬੀਰ ਸਿੰਘ ਬਾਦਲ ਕਹਿੰਦੇ ਆ ਸਾਨੂੰ ਤਾਂ 100 ਤੋਂ ਵੱਧ ਜਿਹੜਾ ਸਮਾਂ ਹੋ ਗਿਆ, 100 ਸਾਲ ਪੁਰਾਣੀ ਜਿਹੜੀ ਸਾਡੀ ਪਾਰਟੀ ਹੈ, ਇੱਕ ਧਾਰਮਿਕ 100 ਪਾਰਟੀ ਸਾਲ ਤੋਂ ਪੁਰਾਣੀ ਇਹਦੇ ਪਿਓ ਦੀ ਪਾਰਟੀ ਨਹੀਂ, ਸਿੱਖਾਂ ਦੀ ਪਾਰਟੀ ਸੀ। ਉਹਦੇ ਤੇ ਸਿੱਖਾਂ ਦਾ ਯਕੀਨ ਹੋਣ ਕਰਕੇ ਉਹਦਾ ਨਜਾਇਜ਼ ਫਾਇਦਾ ਲੈ ਗਏ। ਇਹ ਇਹਨਾਂ ਦੇ ਬਾਪ ਦੀ ਕੰਪਨੀ ਹੈ। ਇਹਨਾਂ ਨੇ ਉਸ ਜਮਾਤ ਦਾ ਖਾ ਕੇ ਉਹ ਸਾਲੀ ਥੁੱਕਿਆ। ਸਾਡੀ ਜਿਹੜੀ ਅਕਾਲੀ ਫੀਲਡ ਹੈ ਉਹਦਾ ਨਾਸ ਮਾਰਿਆ। ਕਲਗੀਧਰ ਪਾਤਸ਼ਾਹ ਦਾ ਅਕਾਲੀ ਬਾਗ ਉਜਾੜਿਆ। ਇਹ ਦਾਅਵਾ ਕਰਨਗੇ ਸਾਡੀ ਪਾਰਟੀ 100 ਸਾਲ ਪੁਰਾਣੀ ਹੈ। ਇਹਨਾਂ ਦਾ ਕੀ ਲੈਣਾ ਦੇਣਾ ਇਹਦੇ ਨਾਲ? ਸਿੱਖਾਂ ਦਾ ਖਾ ਕੇ, ਸਿੱਖਾਂ ਦੀ ਗੋਲਕ ਖਾ ਕੇ ਤੁਸੀਂ ਰਾਜਨੀਤੀ ਕਰ ਰਹੇ ਹੋ, ਤੁਸੀਂ ਵੋਟਾਂ ਖਰੀਦ ਰਹੇ ਹੋ ਲੋਕਾਂ ਦੇ 10-10 ਰੁਪਏ ਮੱਥਾ ਟਿਕਾਈ ਤੇ। ਇੱਥੋਂ ਕਿ ਸਾਡੀ ਪਾਰਟੀ, ਤੁਹਾਡੀ ਪਾਰਟੀ ਕਿੱਥੋਂ ਆ ਗਈ ਹੈ? ਤੁਹਾਡੀ ਪਾਰਟੀ ਹੈ ਤੇ ਮੁੱਦੇ ਮੁੱਖ ਕਿਉਂ ਪਏ ਹੋ ਤੁਸੀਂ? ਅੱਜ ਤੁਹਾਡੀ ਪੰਜਾਬ ਦੇ ਵਿੱਚ ਹਾਜ਼ਰੀ ਕਿਉਂ ਨਹੀਂ? ਤੁਹਾਨੂੰ ਚੱਪਲਾਂ ਕਿਉਂ ਪੈਂਦੀਆਂ ਨੇ? ਤੁਹਾਨੂੰ ਪਾਥੀਆਂ ਕਿਉਂ ਪੈਂਦੀਆਂ ਨੇ ਪਿੰਡਾਂ 'ਚ? ਅੱਜ ਤੁਸੀਂ ਇੰਨੇ ਸ਼ਰਮਸਾਰ ਹੋ ਗਏ ਕਿ ਤੁਸੀਂ ਦਿੱਲੀ ਦੇ ਮੋਰਚੇ 'ਚ ਸ਼ਕਲ ਨਾ ਦਿਖਾਓ ਆਪਣੀ, ਕਿਤੇ ਪੰਜਾਬ 'ਚ ਬਾਹਰ ਨਿਕਲ ਕੇ ਵਿਚਰ ਨਾ ਸਕੋ। ਇਹਦੀ ਵਜ੍ਹਾ ਕੀ ਹੈ? ਤਾਂ ਮੈਂ ਤਾਂ ਇਹ ਮਹਿਸੂਸ ਕਰਦਾ ਕਿ ਇਹ ਸਿੱਖਾਂ ਨੂੰ ਹੁਣ ਦੱਸਣਾ ਪਊਗਾ ਵੀ ਇਹ ਬੰਦੇ ਕੌਣ ਨੇ, ਇਹਨਾਂ ਨੂੰ ਇਸ ਘਰ 'ਚ ਥਾਂ ਮਿਲਣੀ ਚਾਹੀਦੀ ਕਿ ਨਹੀਂ। ਸ਼੍ਰੋਮਣੀ ਅਕਾਲੀ ਦਲ ਤਾਂ ਕਹਿੰਦੇ ਅਸੀਂ ਤਾਂ ਪੂਰੀ ਇਨਵੈਸਟੀਗੇਸ਼ਨ ਕਰਾਈ, ਜਦ ਇਹ ਮਾਮਲਾ ਸਾਹਮਣੇ ਆਇਆ, ਗੁਰੂ ਦੀ ਬੇਅਦਬੀ ਹੋਈ, ਗੁਰੂ ਸਾਹਿਬਾਨ ਦੇ ਜਿਹੜੇ ਉਹਨਾਂ ਦੀ ਬੇਅਦਬੀ ਕਾਂਡ ਜਿਹੜਾ ਸਾਹਮਣੇ ਆਇਆ, ਲੋਕਾਂ ਦੇ ਸਾਹਮਣੇ ਆਇਆ, ਲੋਕਾਂ ਦੇ ਮਨਾਂ ਦੇ ਵਿੱਚ ਇੱਕ ਬਹੁਤ ਵੱਡਾ ਉਬਾਲ ਸੀ ਜਦ ਇਹ ਘਟਨਾ ਸਾਹਮਣੇ ਹੋਈ। ਕਿਉਂਕਿ ਆਪਾਂ ਜਿਸ ਨੂੰ ਗੁਰੂ ਮੰਨਦੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੇ ਆਪਾਂ ਦੇਖੀਏ ਪਾਵਨ ਸਰੂਪਾਂ ਦੇ, ਉਹਨੂੰ ਜੇ ਕੋਈ ਇਸ ਤਰ੍ਹਾਂ ਬੁਖਾਰ ਕੇ ਸਿੱਟ ਦੇਵੇ। ਦੁਨੀਆ ਨੇ ਦੇਖਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੋਰੀ ਕਰਕੇ ਪਾੜਿਆ ਤੇ ਸਾੜਿਆ ਗਿਆ ਤੇ ਚੈਲੰਜ ਕੀਤਾ ਗਿਆ ਕਿ ਲੱਭ ਲਓ ਆਪਣਾ ਗੁਰੂ। ਉਦੋਂ ਰਾਜ ਕਿਹਦਾ ਸੀ? ਉਦੋਂ ਰਾਜ ਸੀ ਪ੍ਰਕਾਸ਼ ਸਿੰਘ ਬਾਦਲ ਦਾ, ਉਹਦੇ ਪੁੱਤਰ ਦਾ। ਐਜ ਹੋਮ ਮਿਨਿਸਟਰ ਉਹਨੇ ਉਹ ਟਾਈਮ ਦੇਖਿਆ। 3 ਸਾਲ ਉਹ ਰਾਜ ਰਿਹਾ ਇਹਦੀ ਸਰਕਾਰ ਤੋਂ, ਜਾਂ ਉਹ ਕਾਂਡ ਤੋਂ ਲੈ ਕੇ ਸਰਕਾਰ ਜਾਣ ਤੱਕ। ਉਹ ਪਾੜਨ ਵਾਲਾ, ਗੁਰੂ ਗ੍ਰੰਥ ਸਾਹਿਬ ਸਾੜਨ ਵਾਲਾ, ਬੇਅਦਬੀ ਕਰਨ ਵਾਲਾ ਦੋਸ਼ੀ ਇਹਨਾਂ ਬੁੱਕਲ 'ਚ ਲੈ ਕੇ ਕਿਉਂ ਪਾਲਿਆ? ਉਹਨੂੰ ਪੁਲਿਸ ਪ੍ਰੋਟੈਕਸ਼ਨ ਕਿਉਂ ਦਿੱਤੀ? ਉਹਦੇ ਖਿਲਾਫ FIR ਦਰਜ ਕੀਤੀ? ਇਨਵੈਸਟੀਗੇਸ਼ਨ ਇਹਨਾਂ ਨੇ ਕਿਹੜੀ ਕੀਤੀ ਹੈ? ਇੱਕ ਸਿੱਟ ਬਣੀ ਖੱਟੜਾ ਦੇ ਰੂਪ ਵਿੱਚ, ਉਹ ਇਹਨਾਂ ਰੱਦ ਕੀਤੀ। ਇੱਕ ਜੋਰਾ ਸਿੰਘ ਕਮਿਸ਼ਨ ਬਣਿਆ, ਉਹ ਇਹਨਾਂ ਆਪ ਬਣਾ ਕੇ ਰੱਦ ਕੀਤਾ। ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਿਆ, ਉਹਨੂੰ ਮਾਨਤਾ ਨਹੀਂ ਦਿੱਤੀ। ਕੰਵਰ ਵਿਜੇ ਪ੍ਰਤਾਪ ਸਿੰਘ ਜਿਹੜਾ ਉਹ ਅਫਸਰ IG ਦੇ ਤੌਰ 'ਤੇ ਅਫਸਰ ਬਣ ਕੇ ਤੇ ਸਾਹਮਣੇ ਆਇਆ ਤੇ ਉਹਦੇ ਹਾਈ ਕੋਰਟ ਤੋਂ ਬੇੜਾ ਗਰਕ ਕਰਵਾਤਾ ਉਹਦਾ। ਕਿੱਥੇ ਇਨਵੈਸਟੀਗੇਸ਼ਨ ਕੀਤੀ ਹੈ? ਇਨਵੈਸਟੀਗੇਸ਼ਨ ਦੇ ਅੱਗੇ ਲੱਤ ਕੱਢ ਕੇ ਖੜੇ ਪਿਓ ਪੋਤੇ, ਹੋਣ ਨਹੀਂ ਦਿੱਤੀ ਇਹਨਾਂ ਨੇ। ਨਹੀਂ, ਕਿਤੇ ਨਾ ਕਿਤੇ ਫਿਰ ਦੋਸ਼ੀ ਕਿਸ ਨੂੰ ਮੰਨਦੇ ਹੋ? ਕਿਉਂਕਿ ਜੇ ਉੱਥੇ ਜੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਾਂ ਤਾਂ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਜਦ ਇਹ ਬੇਅਦਬੀ ਹੋਈ ਹੈ, ਬੇਅਦਬੀ ਕਾਂਡ ਸਾਹਮਣੇ ਆਇਆ, ਤਾਂ ਅਸੀਂ ਤਾਂ ਨੇੜੇ ਤੇੜੇ ਪਿੰਡ ਜਿਹੜੇ ਸਾਰੇ ਸੀਲ ਕਰਤੇ ਸੀ, ਕੋਈ ਵੀ ਬੰਦਾ ਬਾਹਰ ਨਹੀਂ ਜਾ ਸਕਦਾ, ਅੰਦਰ ਨਹੀਂ ਆ ਸਕਦਾ। ਹੱਦ ਹੋ ਗਈ ਜੀ। ਮੈਂ ਕਹਿਣ ਡਿਆ ਸਰਕਾਰ ਇਹਨਾਂ ਦੀ ਸੀ, ਦੱਸਣਾ ਕਿਹਨੇ ਆ ਦੋਸ਼ੀ ਕੌਣ ਹੈ? ਇਹ ਬਾਦਲ ਦੱਸੇ ਫਿਰ ਇਹ ਦੋਸ਼ੀ ਨਹੀਂ ਤਾਂ ਕੌਣ ਹੈ? ਸਰਕਾਰ ਬਾਦਲ ਦੀ, ਇਨਵੈਸਟੀਗੇਸ਼ਨ ਬਾਦਲ ਨੇ ਕਰਨੀ ਆ, ਤੇ ਉਹ ਕਹਿਣ ਡਿਆ ਕਿ ਇਹ ਅਣਪਛਾਤੀ ਫੋਰਸ ਮਾਰ ਗਈ ਗੋਲੀਆਂ ਨਾਲ। ਹੁਣ ਦੂਸਰੀ ਸਟੇਟ ਦੀ ਮਾਰ ਗਈ।
ਤੇ ਜੇ ਮਾਰ ਗਈ ਤੇ ਇਹ ਸੀਐਮ ਕਾਹਦਾ? ਉਹਦਾ ਜਵਾਬ ਦੇ ਕੌਣ ਹੈ? ਕੌਣ ਦੱਸੂਗਾ ਸਾਨੂੰ ਇਹ ਚੋਰ ਕੌਣ ਆ, ਡਕੈਤ ਕੌਣ ਆ, ਸਾਡੇ ਜ਼ੁਲਮ ਕਰਨ ਵਾਲਾ ਕੌਣ ਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਕੌਣ ਆ? ਇਹ ਕੌਣ ਦੱਸੂਗਾ? ਰਣਜੀਤ ਸਿੰਘ ਜੀ, ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਬਾਦਲ ਪਰਿਵਾਰ ਨੇ ਜਿਹੜਾ ਇੱਕ ਪੰਥਕ ਪਾਰਟੀ ਸੀ, ਸ਼੍ਰੋਮਣੀ ਅਕਾਲੀ ਦਲ ਇੱਕ ਪੰਥਕ ਪਾਰਟੀ ਉੱਭਰੀ ਸੀਗੀ, 100 ਸਾਲ ਪੁਰਾਣੀ ਪਾਰਟੀ ਹੈ ਪੰਥਕ ਪਾਰਟੀ, ਵੀ ਇਸ ਨੂੰ ਬਦਨਾਮ ਕਰਨ ਦੇ ਵਿੱਚ ਬਾਦਲ ਪਰਿਵਾਰ ਦਾ ਹੱਥ ਹੈ? ਮੈਂ ਕਹਤਾ ਜੀ ਲੱਗਦਾ ਨਹੀਂ, ਕਲੀਅਰ ਆ ਜੋ ਕੁਛ ਆ ਸਾਹਮਣੇ ਆ ਸਾਡੇ। ਅਸੀਂ ਦੇਖ ਰਹੇ ਹਾਂ ਕਿ ਬਾਦਲ ਦੇ ਅੰਦਰ, ਉਹਦੇ ਪੁੱਤਰ ਦੇ ਅੰਦਰ, ਉਹਦੇ ਜਵਾਈ ਦੇ ਅੰਦਰ, ਉਹਦੇ ਪੁੱਤਰ ਦੇ ਸਾਲੇ ਦੇ ਅੰਦਰ, ਉਹਦੀ ਨੂੰਹ ਦੇ ਅੰਦਰ ਕੋਈ ਅਕਾਲੀ ਅੰਸ਼ ਹੈ, ਅਕਾਲੀ ਰੰਗਤ ਹੈ, ਗੁਰਮਤ ਦੀ ਸੋਝੀ ਆ, ਗੁਰਮਤ ਦੇ ਲਫ਼ਜ਼ ਆਉਂਦੇ ਉਹਨਾਂ ਨੂੰ, ਉਹ ਸਾਡੇ 'ਤੇ ਰਾਜ ਕਰ ਰਹੇ ਆ। ਖਾਨਦਾਨੀ ਟੋਡੀ ਜਿਹੜੇ ਟਾਊਟ ਸੀਗੇ ਉਹ ਇਹਨਾਂ ਦੇ ਰਿਸ਼ਤੇਦਾਰ ਕੁੜਮ ਬਣੇ ਹੋਏ, ਅੱਜ ਫਿਰ ਸਾਰਾ ਕਲਿੱਕ ਬਣਾ ਕੇ ਅਕਾਲੀ ਦਲ ਘਰ 'ਚ ਲੈ ਗਏ। ਵੱਡੇ ਵੱਡੇ ਅਕਾਲੀ ਇਹਨਾਂ ਨੇ ਲੀਹ ਤੋਂ ਲਾਤੇ, ਟੌੜੇ ਦੇ ਨਾਲ, ਬਰਨਾਲੇ ਨਾਲ, ਤਲਵੰਡੀ ਨਾਲ, ਇਹ ਜਿੰਨੇ ਵੀ ਵਡਾਲਾ, ਕੁਲਦੀਪ ਸਿੰਘ ਵਡਾਲਾ ਨਾਲ, ਸੁਖਜਿੰਦਰ ਸਿੰਘ ਨਾਲ, ਉੱਬੋਕੇ ਨਾਲ, ਲਾਲਪੁਰੇ ਨਾਲ, ਇਹਨਾਂ ਦਾ ਕੀ ਸਲੂਕ ਰਿਹਾ ਸਾਰੀ ਦੁਨੀਆ ਨੂੰ ਪਤਾ। ਤੋ ਇਹ ਪਿਓ ਪੁੱਤਰ ਦੋਸ਼ੀ ਨੇ, ਇਹਨਾਂ ਨੇ ਸਾਡੀ ਪੰਥ ਦੀ ਰੀੜ੍ਹ ਦੀ ਹੱਡੀ ਤੋੜਤੀ। ਅੱਜ ਸਾਡੀ ਸਿਆਸਤ ਪੰਜਾਬ 'ਚੋਂ ਖਤਮ ਹੈ। ਅਸੀਂ ਅੱਜ ਬਗਾਨਿਆਂ ਦੀ ਭਾਵਨਾ ਲੈ ਕੇ ਤੁਰੇ ਫਿਰਦੇ। ਸਾਡੀ ਆਪਣੀ ਪਾਰਟੀ ਨਹੀਂ, ਕੋਈ ਆਪਣਾ ਕੋਈ ਰਾਜ ਨਹੀਂ, ਆਪਣੀ ਕੋਈ ਰਾਜਨੀਤੀ ਨਹੀਂ। ਰਾਜਨੀਤੀ ਨੂੰ ਸੰਗਲ ਪਾ ਕੇ ਬੈਠਾ ਹੋਇਆ, ਸਤਾ ਨਾ ਹੋਣ ਦੇ ਬਾਵਜੂਦ ਵੀ ਅਕਾਲੀ ਦਲ 'ਤੇ ਸੰਗਲ ਪਾ ਕੇ ਬੈਠਾ, ਅਕਾਲ ਤਖਤ ਨੂੰ ਕਬਜ਼ੇ 'ਚ ਲੈ ਕੇ ਬੈਠਾ, ਪਟਨਾ ਸਾਹਿਬ ਦੀ ਕਮੇਟੀ ਹੋਵੇ, ਦਿੱਲੀ ਦੀ ਹੋਵੇ, ਅੰਮ੍ਰਿਤਸਰ ਦੀ, ਉਹਨੂੰ ਲੈ ਕੇ ਬੈਠਾ। ਅੱਜ ਹਾਈ ਕੋਰਟ ਨੇ ਇਹਨਾਂ ਗਲਤ ਡਿਸੀਜਨ ਲਿਆ, ਕਮੇਟੀ ਕਿਉਂ ਖਾਮੋਸ਼ ਹੈ? ਬੀਬੀ ਜਗੀਰ ਕੌਰ ਨੂੰ ਇਹਦੀ ਜ਼ਿੰਮੇਵਾਰੀ ਤੇ ਜਵਾਬਦੇਹੀ ਨਹੀਂ ਬਣਦੀ? ਉਹ ਸੀਐਮ ਨੂੰ ਮਿਲ ਕੇ ਹੋਰ ਪਲਾਨਾਂਗਾ ਦੇ ਸਕਦੀ, ਇਹਦੇ ਬਾਰੇ ਗੱਲ ਨਹੀਂ ਕਰ ਸਕਦੀ? ਗੁਰੂ ਗ੍ਰੰਥ ਸਾਹਿਬ ਦੇ ਪੁਰਾਤਨ ਸਰੂਪ ਨੇ 500 ਦੇ ਕਰੀਬ, ਉਹ ਕਿਹੜੀ ਏਜੰਸੀ ਨੂੰ ਇਹਨਾਂ ਦਿੱਤੇ, ਉਹ ਦੱਸਦੇ ਕਿਉਂ ਨਹੀਂ? ਹਾਈ ਕੋਰਟ ਇਹਨਾਂ ਨੂੰ 2004 ਤੋਂ ਲੈ ਕੇ ਅੱਜ ਤੱਕ ਪੁੱਛ ਰਿਹਾ ਕਿੱਥੇ ਗਿਆ ਖਜ਼ਾਨਾ? ਗੁਰੂ ਗ੍ਰੰਥ ਸਾਹਿਬ ਹੱਥ ਦੇ ਲਿਖੇ ਹੋਏ 502, 2 ਦਸਮ ਗ੍ਰੰਥ, 2 ਜਨਮ ਸਾਖੀਆਂ, 28 ਹੁਕਮਨਾਮੇ ਗੁਰੂ ਸਾਹਿਬਾਂ ਦੇ ਕਿੱਥੇ ਗਏ, ਦੱਸਦੇ ਕਿਉਂ ਨਹੀਂ? ਤੇ ਜੇ ਤੁਹਾਨੂੰ ਨਹੀਂ ਲੱਭਦੇ ਤੇ ਤੁਸੀਂ ਰਿਪੋਰਟ ਕਿਉਂ ਨਹੀਂ ਕਰਾਉਂਦੇ? ਸੀਐਮ ਨੂੰ ਤੂੰ ਹੋਰ ਕੰਮਾਂ ਨਹੀਂ ਮਿਲ ਸਕਦੀਆਂ ਤੇ ਇਹ ਨਹੀਂ ਕਹਿ ਸਕਦੀ ਕਿ ਪੁਲਿਸ ਨੂੰ ਇਨਵੈਸਟੀਗੇਸ਼ਨ ਕਰਾਓ, ਸਾਡੇ ਸਰੂਪ ਨਹੀਂ ਲੱਭ ਰਹੇ। ਤੋ ਸਾਡਾ ਖਜ਼ਾਨਾ ਰੋੜ ਦਿੱਤਾ ਇਸ ਬੰਦੇ ਨੇ। ਅੱਜ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਇੱਕ ਹੁਕਮ ਆਉਂਦਾ ਤੇ ਕਾਲੀ ਬਗਲਾ ਵਜਾਉਂਦੇ ਨੇ, ਭੰਗੜੇ ਪਾਉਂਦੇ ਨੇ, ਵਿਕਟਰੀ ਬਣਾਉਂਦੇ ਨੇ। ਕਿਹਦੇ ਖਿਲਾਫ? ਗੁਰੂ ਗ੍ਰੰਥ ਸਾਹਿਬ ਦੇ ਖਿਲਾਫ। ਇਹ ਬੀਬੀ ਕਿੱਥੇ ਸੁੱਤੀ ਪਈ ਆ? ਇਹ ਬਾਦਲ ਦਾ ਗ੍ਰੰਥੀ ਕਿੱਥੇ ਸੁੱਤਾ ਪਿਆ ਅਕਾਲ ਤਖਤ ਲੈ ਕੇ, ਜਿਹੜਾ ਕਬਜ਼ਾ ਕਰਕੇ ਬੈਠਾ ਉੱਤੇ? ਇਹਨਾਂ ਦੀ ਕੀ ਜਵਾਬਦੇਹੀ ਆ ਕੌਮ ਨੂੰ? ਤੋ ਸਾਡੀ ਜਿਹੜੀ ਫੀਲਡ ਆ, ਅਕਾਲੀ ਫੀਲਡ, ਉਹਦਾ ਬੇੜਾ ਕਰ ਘੁਣ ਬਣ ਕੇ ਲੱਗ ਗਿਆ, ਖਾ ਗਿਆ ਇਹ ਬੰਦਾ। ਉੱਥੇ ਜੇ ਮੈਂ ਕਾਂਗਰਸ ਪਾਰਟੀ ਦੀ ਗੱਲ ਕਰਾਂ ਤਾਂ 17 ਦੀ ਚੋਣਾਂ ਦੇ ਵਿੱਚ ਤੁਹਾਨੂੰ ਵੀ ਯਾਦ ਹੋਊਗਾ ਕਿ ਮੈਨੀਫੈਸਟੋ ਦੇ ਵਿੱਚ ਵੀ ਲਿਖਿਆ ਸੀ, ਚੋਣ ਪ੍ਰਚਾਰਾਂ ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਹਾ ਗਿਆ ਸੀਗਾ ਜਿਹੜੇ ਬਹਿਬਲ ਕਲਾਂ ਗੋਲੀਕਾਂਡ ਜਾਂ ਗੁਰੂ ਸਾਹਿਬਾਂ ਦੀ ਜਿਹੜੀ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਵੀ ਉਹਨਾਂ ਨੂੰ ਅਸੀਂ ਫੜਾਂਗੇ। 4 ਸਾਲ ਬੀਤ ਗਏ, ਹੁਣ ਅੱਧਾ ਸਾਲ ਤਕਰੀਬਨ ਰਹਿ ਗਿਆ, 8-9 ਮਹੀਨੇ ਰਹਿ ਗਏ। ਹੁਣ ਤੁਹਾਨੂੰ ਲੱਗਦਾ ਬਾਈ ਤੋਂ ਪਹਿਲਾਂ ਇਹ ਜਿਹੜਾ ਆਪਣਾ ਵਾਅਦਾ ਪੂਰਾ ਕਰ ਸਕਣਗੇ ਕੈਪਟਨ ਸਰਕਾਰ? ਦੇਖੋ ਜੀ, ਕਰਨਾ ਹੁੰਦਾ ਤੇ ਕਰ ਦਿੰਦੇ, ਅਜੇ ਤੱਕ ਕਰ ਦਿੰਦੇ। ਹੁਣ ਸਾਨੂੰ ਕੋਈ ਆਸ ਨਹੀਂ ਇਹਨਾਂ ਤੋਂ, ਹੁਣ ਸਾਨੂੰ ਕੋਈ ਆਸ ਨਹੀਂ। ਜੇ ਕਰਨਾ ਹੁੰਦਾ ਤੇ ਕਰ ਦਿੰਦੇ। ਇਹਨਾਂ ਕੋਲ ਸਮਾਂ ਸੀ, ਇਹਨਾਂ ਕੋਲ ਪਾਵਰ ਸੀ, ਇਹਨਾਂ ਕੋਲ ਜਸਟਿਸ ਕਰਨ ਲਈ ਇੱਕ ਲੋਕਾਂ ਦੀ ਸੰਵੇਦਨਾ, ਲੋਕਾਂ ਦੀ ਭਾਵਨਾ ਇਹਨਾਂ ਦੇ ਨਾਲ ਸੀ। ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸਹੁੰ ਵੀ ਖਾਧੀ ਗਈ। ਉਹ ਗਵਾ ਚੁੱਕੇ। ਲੋਕ ਤਾਂ ਹੁਣ ਇਹ ਮਜ਼ਾਕ ਵੀ ਬਣਾ ਰਹੇ ਨੇ ਸੋਸ਼ਲ ਮੀਡੀਆ ਤੇ ਕਾਫੀ, ਕਹਿੰਦੇ ਕੈਪਟਨ ਸਾਹਿਬ ਦੀ ਫੋਟੋ ਲੱਗੀ ਹੋਈ ਹੈ, ਉਹ ਇਹ ਮਜ਼ਾਕ ਬਣਾ ਰਹੇ ਨੇ, ਕਹਿੰਦੇ ਹੁਣ ਦੱਸੋ ਮੈਂ ਕਿਹੜੇ ਸਰੂਪ ਤੇ ਰੱਖ ਕੇ ਹੱਥ ਸਹੁੰ ਖਾਵਾਂ, ਕਿਹੜੀ ਸਹੁੰ ਖਾਵਾਂ? ਦੇਖੋ, ਜਦੋਂ ਤੁਸੀਂ ਕਿਤੇ ਘਾਟ ਹੁੰਦੀ ਹੈ, ਕਮੀਆਂ ਹੁੰਦੀਆਂ, ਉਦੋਂ ਲੋਕਾਂ ਇਹੋ ਜਿਹੀ ਗੱਲਾਂ ਕਰਦੇ ਨੇ। ਤੋ ਅਸੀਂ ਜੋ ਕੁਛ ਮਾਹੌਲ 'ਚੋਂ ਦੇਖਿਆ, ਪ੍ਰਕਾਸ਼ ਸਿੰਘ ਬਾਦਲ ਤੇ ਉਹਦਾ ਪੁੱਤਰ ਨਰੋਲ, ਉਹਦਾ ਡੀਜੀਪੀ, ਇਹ ਦੋਸ਼ੀ ਨੇ। ਉਹਨਾਂ ਨੂੰ ਬਚਾਉਣ ਲਈ ਪਹਿਲਾਂ ਤੇ ਆਪ 3 ਸਾਲ ਸਰਕਾਰ ਨੇ ਜ਼ੋਰ ਲਾਇਆ, ਉਹਨਾਂ ਦਾ ਰਾਹ ਰੋਕਿਆ ਇਨਵੈਸਟੀਗੇਸ਼ਨ ਦਾ, ਹੋਣ ਨਹੀਂ ਦਿੱਤੀ। ਤੇ ਜੇ ਦੂਸਰੀ ਸਰਕਾਰ ਆਈ ਤੇ ਦੂਸਰੀ ਸਰਕਾਰ ਕੋਲ ਸਮਰੱਥਾ ਸੀ, ਲੋਕ ਰਾਏ, ਲੋਕਾਂ ਦੀ ਭਾਵਨਾ ਨਾਲ ਸੀ, ਉਹ ਤਾਂ ਵੀ ਨਹੀਂ ਕਰ ਪਾਏ। ਫਿਰ ਇਹਦਾ ਮਤਲਬ ਇਹੀ ਹੈ ਵੀ ਕਿਤੇ ਨਾ ਕਿਤੇ ਕੈਪਟਨ ਸਰਕਾਰ ਵੀ ਨਾਕਾਮ ਰਹੀ ਹੈ। ਦੇਖੋ, ਨਾਕਾਮੀ ਤੇ ਸਾਰਿਆਂ ਦੇ ਸਾਹਮਣੇ ਹੈ ਜੀ। ਉਹ 'ਚ ਹੁਣ ਸਰਟੀਫਿਕੇਟ ਲੈਣਾ ਕਿਸੇ ਤੋਂ? ਇਹ ਤੇ ਹੁਣ ਕੈਪਟਨ ਸਾਹਿਬ ਜਦੋਂ ਅਗਲੀਆਂ ਵੋਟਾਂ ਲੈਣ ਤੋਂ ਪਹਿਲਾਂ ਕੁਝ ਕਰਕੇ ਦਿਖਾਉਣਗੇ ਤੇ ਤਾਂ ਲੋਕੀ ਇਹਨਾਂ ਨੂੰ ਭਾਵੇਂ ਮਾਫ ਕਰਨੇ ਤੇ ਮਾਫ ਇਹਨਾਂ ਨੂੰ ਨਹੀਂ ਕਰਨਾ। ਹੁਣ ਨਵੀਂ ਸਿੱਟ ਦਾ ਆਰਡਰ ਕਰਤਾ, ਜਿਹੜੀ ਪੁਰਾਣੀ ਸਿੱਟ ਸੀ, ਪੁਰਾਣੀ ਸਿੱਟ ਦੇ ਵਿੱਚ 8-9 ਚਲਾਨ ਜਿਹੜੇ ਪੇਸ਼ ਕਰ ਦਿੱਤੇ ਗਏ ਸੀ ਆਈਜੀ ਕੁੰਵਰ ਵਿਜੇ ਪ੍ਰਤਾਪ ਵੱਲੋਂ,
ਕੀ ਉਹ ਸਾਰੇ ਝੂਠੇ ਸੀ? ਇਹ ਹੁਣ ਹਾਈ ਕੋਰਟ ਦੱਸੂਗਾ ਕਿਉਂ ਕੀ ਕਰਨ। ਹਾਈ ਕੋਰਟ ਇੱਕ ਪਾਸੇ ਤੇ ਕਲੀਨ ਚਿੱਟ ਦੇ ਰਿਹਾ ਬਾਦਲ ਨੂੰ, ਇੱਕ ਪਾਸੇ ਨਵੀਂ ਸਿੱਟ ਦੇ, ਇੱਕ ਪਾਸੇ ਨਵੀਂ ਸਿੱਟ। ਤੋਂ ਨਵੀਂ ਸਿੱਟ ਜਿਹੜੀ ਬਣੂਗੀ 6 ਮਹੀਨਿਆਂ 'ਚ ਕਿਹਦੇ ਖਿਲਾਫ ਇਨਵੈਸਟੀਗੇਸ਼ਨ ਕਰੂਗੀ? ਕਲੀਨ ਚਿੱਟ ਤੇ ਆਪ ਦੇ ਰਿਹਾ ਤੇ ਇਨਵੈਸਟੀਗੇਸ਼ਨ ਕਿਹਦੇ ਖਿਲਾਫ ਕਰੂਗੀ ਸਿੱਟ? ਨਹੀਂ, ਤੁਹਾਡੇ ਮੁਤਾਬਿਕ ਜੇ ਦੇਖਿਆ ਜਾਵੇ ਆਈਜੀ ਕੁੰਵਰ ਵਿਜੇ ਪ੍ਰਤਾਪ ਜਿਹੜੇ ਹੁਣ ਤਾਂ ਉਹਨਾਂ ਨੇ ਅਸਤੀਫਾ ਦੇ ਦਿੱਤਾ, ਅਸਤੀਫਾ ਮਨਜ਼ੂਰ ਵੀ ਕਰ ਲਿਆ ਗਿਆ, ਹੁਣ ਵਕਾਲਤ ਲੜਨ ਦੀ ਕੋਸ਼ਿਸ਼ ਕਰਨਗੇ ਉਹ। ਤੁਹਾਡੇ ਖਿਲਾਫ ਉਹਨਾਂ ਦੀ ਕੀ ਇਮੇਜ ਹੈ ਆਈਜੀ ਕੁੰਵਰ ਵਿਜੇ ਪ੍ਰਤਾਪ? ਦੇਖੋ ਗੱਲ ਇਹ ਆ ਕਿ ਇੱਕ ਆਯੂ ਸੀ ਜਿਸ ਨੇ ਕੈਪਟਨ ਸਰਕਾਰ ਦੇ 4 ਸਾਲ ਤੇ ਕਰੋੜਾਂ ਰੁਪਇਆ ਲਵਾ ਕੇ ਬਾਦਲ ਦੀ ਕਰਪਸ਼ਨ ਦੇ ਖਿਲਾਫ ਇੱਕ ਕੇਸ ਬਣਾਇਆ। ਉਹ ਆਯੂ ਨੂੰ ਖਰੀਦ ਲਿਆ ਬਾਦਲ ਨੇ, ਉਹ ਮੁੱਕਰ ਗਿਆ ਅਦਾਲਤ 'ਚ। ਅਦਾਲਤ ਨੇ ਆਪਣਾ ਕੰਮ ਨਹੀਂ ਕੀਤਾ, ਅਦਾਲਤ ਦੇ ਜੱਜ ਨੇ ਉਹਨੂੰ ਅੰਦਰ ਨਹੀਂ ਕੀਤਾ ਕਿ ਤੂੰ 4 ਸਾਲ ਗੌਰਮੈਂਟ ਦਾ ਪੈਸਾ ਖਾਦਾ, ਤੂੰ ਐਸਐਸਪੀ ਤੇਰਾ ਰੈਂਕ ਆ, ਤੂੰ ਕਰੋੜਾਂ ਰੁਪਏ ਸੈਲਰੀ ਲਈ ਆ, ਤੇ ਇਹ ਤੈਨੂੰ ਕੌਣ ਆ ਕੇ ਪੜ੍ਹਾ ਗਿਆ ਕਿ ਮੈਨੂੰ ਇੱਧਰੋਂ ਦਬਾਅ ਪਿਆ ਤੈਨੂੰ? ਜੇ ਤੂੰ ਦਬਾਅ ਝੱਲਣੇ ਤੇ ਅਫਸਰ ਤੂੰ ਕਾਹਦਾ? ਉਹਨੂੰ ਅੰਦਰ ਕਰਦਾ, ਫਿਰ ਨਵੀਂ ਇਨਵੈਸਟੀਗੇਸ਼ਨ ਕਰਨ ਦੇ ਆਰਡਰ ਕਰਦਾ। ਉਹ ਸੀ ਜੱਜਮੈਂਟ। ਉਹ ਆਯੂ ਨੂੰ ਖੁੱਲ੍ਹਾ ਛੱਡਤਾ ਤੇ ਇਹਨਾਂ ਨੂੰ ਬਰੀ ਕਰਤਾ। ਅੱਜ ਜੇ ਕਿਸੇ ਆਯੂ ਨੇ ਕੰਮ ਕੀਤਾ ਹੈ ਤੇ ਉਹਦੀ ਮਿੱਟੀ ਪ੍ਰੀਤ ਹੋ ਗਈ ਹਾਈ ਕੋਰਟ ਵੱਲੋਂ, ਤੇ ਕਲੀਨ ਚਿੱਟ ਫਿਰ ਮੁਲਜ਼ਮ ਨੂੰ ਮਿਲ ਗਈ। ਤੇ ਜੱਜਮੈਂਟ ਕਿੱਥੇ ਆ? ਇਹਦੀ ਪਰਿਭਾਸ਼ਾ ਕੀ ਹੈ ਜੱਜਮੈਂਟ ਦੀ? ਨਿਆਂਪਾਲਿਕਾ ਦੀ ਪਰਿਭਾਸ਼ਾ ਕੀ ਹੈ? ਤੋ ਉਹ ਜਿਹੜਾ ਆਯੂ ਮੁੱਕਰ ਗਿਆ, ਪਹਿਲਾਂ ਤੇ ਉਹ 4 ਸਾਲ ਗੌਰਮੈਂਟ ਨੂੰ ਖਾਂਦਾ ਰਿਹਾ, ਤੇ ਮੁੜ ਕੇ ਆਉਣ ਵਾਲੀ ਗੌਰਮੈਂਟ ਜਿਹੜੀ ਮੁਲਜ਼ਮ ਜੱਜ ਬਣ ਗਿਆ ਤੇ ਉਹਨੂੰ 3 ਸਾਲ ਹੋਰ ਦੇ ਰਿਹਾ, 3 ਸਾਲ ਫਿਰ ਵਧਾ ਰਿਹਾ, 6 ਸਾਲ ਉਹਦੀ ਨੌਕਰੀ ਵਧਾ ਕੇ ਉਹਨੂੰ ਐਸ਼ ਕਰਨ ਲਈ ਮੌਕਾ ਦੇ ਰਿਹਾ। ਇਹ ਕਿੱਥੋਂ ਦੀ ਨਿਆਂਪਾਲਿਕਾ? ਹਾਈ ਕੋਰਟ ਨੇ ਵੀ ਹੁਣ ਆਰਡਰ ਕੀਤਾ, ਕਹਿੰਦੇ ਵੀ ਜਦ ਹੁਣ ਪਿੱਛੇ ਟਿੱਪਣੀ ਕੀਤੀ ਸੀ ਕੁੰਵਰ ਵਿਜੇ ਪ੍ਰਤਾਪ ਤੇ, ਕਹਿੰਦੇ ਵੀ ਜਿਹੜੇ ਵੀ ਇਹਨਾਂ ਨੇ ਕਹਿੰਦੇ ਵੀ ਇਹਨਾਂ ਨੇ ਸਹੀ ਨਿਰਣੇ ਨਹੀਂ ਲਏ, ਜਿਹੜੇ ਸਿੱਟ ਪੇਸ਼ ਜਿਹੜੇ ਇਹਨਾਂ ਨੇ ਚਲਾਨ ਪੇਸ਼ ਕੀਤੇ ਸਹੀ ਨਹੀਂ ਸੀ। ਇਹ ਨਿਰਣਾ ਲੈ ਸਕਦੀ ਸੀ ਅਦਾਲਤ ਜਿਹੜੀ ਲੋਅਰ ਕੋਰਟ ਜਿਹਨੂੰ ਕਹਿੰਦੇ ਹੋ, ਜਾਂ ਜਿਹਨੂੰ ਸੈਸ਼ਨ ਕੋਰਟ ਕਹਿ ਦਿਓ ਤੁਸੀਂ, ਜਿੱਥੇ ਗਵਾਹੀਆਂ ਹੁੰਦੀਆਂ, ਜਿੱਥੇ ਪ੍ਰੂਫ ਦੇਖੇ ਜਾਂਦੇ, ਵਾਚੇ ਜਾਂਦੇ, ਬਹਿਸ ਹੁੰਦੀ, ਗਵਾਹੀਆਂ ਭੁਗਤਦੀਆਂ, ਤੇ ਉਦੋਂ ਬਾਅਦ ਜੱਜਮੈਂਟ ਹੁੰਦੀ, ਤੇ ਉਹ ਦੱਸਦਾ ਕਿ ਇਨਵੈਸਟੀਗੇਸ਼ਨ ਦਾ ਅਫਸਰ ਦਾ ਕੀ ਰੋਲ ਹੈ। ਹਾਈ ਕੋਰਟ ਕਹਿੰਦੀ ਇਹ ਤਾਂ ਮਨਘੜਤ ਕਹਾਣੀਆਂ ਬਣਾ ਕੇ ਆਈਜੀ ਕੁੰਵਰ ਵਿਜੇ ਪ੍ਰਤਾਪ ਨੇ ਪੇਸ਼ ਕੀਤੀਆਂ। ਉਹ ਕਿਸ ਤਰ੍ਹਾਂ ਕਹਿ ਸਕਦਾ ਹੈ? ਉਹ ਕਿਸ ਤਰ੍ਹਾਂ ਕਹਿ ਸਕਦਾ? ਉਹ ਜਦੋਂ ਇਨਵੈਸਟੀਗੇਸ਼ਨ ਉਹਨੇ ਘਰ ਘਰ ਜਾ ਕੇ ਕੀਤੀ ਹੈ, ਜਿਹੜੇ ਗਵਾਹ ਨੇ ਉਹ ਅਜੇ ਤੱਕ ਜਿਉਂਦੇ ਜਾਗਦੇ ਨੇ, ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ ਅਦਾਲਤ ਦੀ ਪਲੇਟਫਾਰਮ ਤੇ ਆ ਕੇ ਟੇਬਲ ਤੇ ਗੱਲ ਕਰਨ ਦਾ। ਇਹ ਹਾਈ ਕੋਰਟ ਕਿਵੇਂ ਕਹਿ ਸਕਦਾ? ਹਾਈ ਕੋਰਟ ਦਾ ਕਿਤੇ ਨਾ ਕਿਤੇ ਇਹ ਵੀ ਕਹਿਣਾ, ਕਹਿੰਦੇ ਵੀ ਜਿਹੜੇ ਉੱਥੇ ਜਿਨ੍ਹਾਂ ਦੇ ਜਿਹੜੇ ਜ਼ਖਮੀ ਹੋਏ ਸੀ ਉਹਨਾਂ ਦੇ ਪਰਿਵਾਰਾਂ ਨਾਲ ਤੁਸੀਂ ਗੱਲਬਾਤ ਜ਼ਰੂਰ ਕੀਤੀ, ਪਰ ਜਿਹੜੇ ਪੁਲਿਸ ਵਾਲੇ ਮੁਲਾਜ਼ਮ ਜਿਹੜੇ ਉੱਥੇ ਜ਼ਖਮੀ ਹੋਏ ਸੀ ਉਹਨਾਂ ਨਾਲ ਕਿਸੇ ਨਾਲ ਬਿਆਨ ਨਹੀਂ ਲਿਆ। ਜ਼ਖਮੀ ਹੋਇਆ ਹੈ ਕੋਈ ਨਹੀਂ। ਜ਼ਖਮੀ ਤੇ ਜਿਹੜੇ ਇਹਨਾਂ ਡਰਾਮੇ ਕੀਤੇ, ਗੱਡੀਆਂ ਤੇ ਆਪਣੀਆਂ ਤੇ ਗੋਲੀਆਂ ਮਾਰੀਆਂ, ਉਹਨਾਂ ਨੂੰ ਨੰਗਿਆ ਕੀਤਾ ਉਹਨੂੰ ਅਫਸਰ ਨੇ। ਇਹ ਜਿਹੜੇ ਜੇ ਫਰਜ਼ ਕਰ ਲਓ ਜ਼ਖਮੀ ਹੋਇਆ ਦੇ ਬਿਆਨ ਲੈਣੇ ਸੀ, ਉਹ ਕਿਹਨੇ ਲੈਣੇ ਸੀ? ਸਰਕਾਰ ਤੇ ਬਾਦਲ ਦੀ ਸੀ। ਸਰਕਾਰ ਤੇ ਬਾਦਲ ਦੀ ਸੀ। ਉਹਨੇ ਜਿਹੜੀ ਸਿੱਟ ਬਣਾਈ ਉਹਨੂੰ ਮੰਨ ਲਿਆ, ਉਹਨੇ ਖੱਟੜੇ ਦੀ ਸਿੱਟ ਨੂੰ ਮੰਨ ਲਿਆ ਫਿਰ ਬਾਦਲ ਨੇ। ਇਹ ਜੱਜ ਨੂੰ ਕੌਣ ਸਮਝਾਵੇ ਜਾ ਕੇ? ਸਮਝਦੇ ਉਹ ਹੁੰਦੇ ਆ ਜਿਨ੍ਹਾਂ ਨੂੰ ਸਮਝ ਦੀ ਲੋੜ ਹੋਵੇ। ਇਹ ਆਊਟ ਆਫ ਦਾ ਵੇ ਜਾ ਕੇ ਜਿਹੜਾ ਜੱਜ ਨੇ ਜੋ ਕੁਛ ਵੀ ਕੀਤਾ ਹੈ ਨਹੀਂ ਕਰ ਸਕਦਾ। ਇੱਥੇ ਇਹ ਨਾ ਤੇ ਅਪੀਲ ਸੀ, ਨਾ ਇਹ ਰਿਵੀਜ਼ਨ ਪਟੀਸ਼ਨ ਸੀ, ਇਹ ਸਿਵਲ ਰਿਟ ਪਟੀਸ਼ਨ ਸੀ। ਸਿਵਲ ਰਿਟ ਪਟੀਸ਼ਨ 'ਚ ਇਹ ਡਿਸੀਜਨ ਨਹੀਂ ਲੈ ਸਕਦਾ। ਹੁਣ ਕੁੰਵਰ ਵਿਜੇ ਪ੍ਰਤਾਪ ਜਦ ਉਸ ਸਮੇਂ ਜਦ ਗੱਲਬਾਤ ਕਰੀਏ ਤਾਂ ਉਹ ਕਹਿੰਦੇ ਨੇ ਕਿ ਮੈਂ ਬਹੁਤ ਇਮਾਨਦਾਰੀ ਨਾਲ ਕੰਮ ਕੀਤਾ, ਲੋਕਾਂ ਦੇ ਮਨਾਂ ਦੇ ਵਿੱਚ ਇੱਕ ਹੀਰੋ ਨੇ। ਅਸੀਂ ਨਾ ਉਸ ਗੱਲ ਨੂੰ ਨਹੀਂ ਜਾਂਦੇ, ਅਸੀਂ ਉਸ ਵਿਸ਼ੇ ਨੂੰ ਨਹੀਂ ਟੱਚ ਕਰਦੇ ਸੀ। ਤੇ ਜਿਹੜਾ ਜੱਜ ਨੇ ਫੈਸਲਾ ਲਿਆ ਇਹ ਨਹੀਂ ਲੈ ਸਕਦਾ। ਇਹਨੇ ਗਲਤ ਫੈਸਲਾ ਲਿਆ। ਇਹਨੇ ਆਪਣੇ ਮਾਲਕਾਂ ਨੂੰ ਖੁਸ਼ ਕਰਨ ਲਈ ਉਹਨਾਂ ਦੀਆਂ ਜਿਹੜੀਆਂ ਮਿਹਰਬਾਨੀਆਂ ਹੋਈਆਂ ਉਹਨਾਂ ਦਾ ਇਵਜ਼ ਦੇ ਵਜੋਂ ਉਹਨਾਂ ਦਾ ਮੁੱਲ ਮੋੜਿਆ ਨੇ। ਕੁੰਵਰ ਵਿਜੇ ਇੱਕ ਇੰਟਰਵਿਊ ਦੇ ਵਿੱਚ ਵੀ ਕਹਿੰਦੇ ਨੇ ਕਿ ਮੈਨੂੰ ਉੱਤੋਂ ਦਬਾਅ ਬਹੁਤ ਸੀਗਾ, ਹਾਲਾਂਕਿ ਉਹਨਾਂ ਨੂੰ ਕਈ ਤਾਂ ਕਾਲਸ ਜਾਨੋਂ ਮਾਰਨ ਦੀਆਂ ਵੀ ਆਈਆਂ। ਦੇਖੋ ਜੀ ਸਾਰਾ ਕੁਝ ਠੀਕ ਆ, ਪਰ ਉਹਦੀ ਗਰੀਬ ਦੀ ਸੁਣੀ ਗਈ ਤਾਂ ਹੈ ਨਾ, ਕਿਤੇ ਕੌਣ ਸੁਣੂਗਾ ਉਹਦੀ? ਸਾਡੀ ਕੌਮ ਦੀ ਨਹੀਂ ਸੁਣੀ ਗਈ, ਜਿਹੜੀ ਸਟੇਟ ਆ ਜਿਨ੍ਹਾਂ ਦੀ, ਜਿਹਦੇ ਵਿੱਚ ਅਸੀਂ ਸਾਡੀ ਸਿੰਘ ਸੰਸਕ੍ਰਿਤੀ ਬਹੁਤ ਸੰਮਤੀ ਸਾਡੀ ਨਹੀਂ ਸੁਣੀ ਗਈ, ਉਹਨੂੰ ਤੇ ਇਹ ਬਾਦਲਾਂ ਦਾ ਜਿਹੜਾ ਉਹ ਕਰਿੰਦਾ ਆ, ਉਹ ਜਿਹੜਾ ਬਾਦਲ ਦਾ ਮੁੰਡੇ ਦਾ ਸਾਲਾ, ਉਹ ਉਹਨੂੰ ਭਈਆ ਕਹਿ ਕੇ ਬੁਲਾਉਂਦਾ। ਇਹ ਕੱਲ੍ਹ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਭਈਆ ਕਹੂਗਾ, ਜਿਹੜੇ ਪਟਨੇ ਸਾਹਿਬ ਦੇ ਜਿਹਨਾਂ ਜਨਮ ਲਿਆ। ਤੇ ਇਹ ਬਦਤਮੀਜੀ ਆ, ਇੱਕ ਅਫਸਰ ਦਾ ਨਿਰਾਦਰ ਕਰਨਾ। ਦੂਸਰੀ ਸਟੇਟ ਦਾ ਉਹ ਆਇਆ ਤੇ ਉਹਦਾ ਇਹ ਕੀ ਕਸੂਰ? ਉਹਨੇ ਇਮਾਨਦਾਰੀ ਨਾਲ ਦੂਸਰੀ ਸਟੇਟ 'ਚ ਆ ਕੇ ਇਮਾਨਦਾਰੀ ਨਾਲ ਨੌਕਰੀ ਕੀਤੀ, ਜੁਰਤ ਨਾਲ ਕੀਤੀ। ਜੇ ਕੋਈ ਦਾਗੀ ਹੁੰਦਾ ਤੇ ਉਹ ਰਿਜ਼ਾਈਨ ਨਹੀਂ ਕਰਦਾ। ਉਹਨਾਂ ਨੇ ਹੁਣ ਵਕਾਲਤ ਲੜਨ ਦਾ ਵੀ ਹੁਣ ਜਿਹੜਾ ਨਿਰਣੇ ਲੈ ਲਿਆ। ਉਹ ਕਹਿ ਰਹੇ ਨੇ ਕਿ ਕਹਿੰਦੇ ਜੇ ਲੋੜ ਪਈ ਤਾਂ ਮੈਂ ਜਿਹੜੇ ਬੇਅਦਬੀ ਕਾਂਡ ਜਿਹੜਾ ਹੋਇਆ ਸੀ ਜਾਂ ਗੋਲੀ ਕਾਂਡ ਹੋਇਆ ਸੀ ਇਹਦੀ ਵਕਾਲਤ ਵੀ ਕਰਾਂਗਾ। ਹਾਲਾਤ ਦੱਸਣਗੇ, ਲੇਕਿਨ ਇਹ ਜੱਜ ਨੇ ਬਹੁਤ ਮਾੜਾ ਫੈਸਲਾ ਦਿੱਤਾ। ਤੇ ਇਹ ਜਿਹੜਾ
ਪ੍ਰਕਾਸ਼ ਸਿੰਘ ਬਾਦਲ ਆ, ਇਹਦਾ ਪੁੱਤਰ ਆ। ਇਸ ਪਰਿਵਾਰ ਨੂੰ ਕੌਮ ਨਹੀਂ ਬਖਸ਼ੂਗੀ। ਇਹ ਲੋਕਾਂ ਦੀ ਕਚਹਿਰੀ 'ਚੋਂ ਨਹੀਂ ਮਾफ़ ਹੋਣਗੇ, ਪਰਮਾਤਮਾ ਦੀ ਦਰਗਾਹ 'ਚੋਂ ਨਹੀਂ ਮਾफ़ ਹੋਣਗੇ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਅਜ਼ਮਤ ਲਈ ਗੁਰੂ ਨਾਨਕ ਤੋਂ ਲੈ ਕੇ ਦਸਮ ਪਾਤਸ਼ਾਹ ਦੇ ਬੱਚਿਆਂ ਤੱਕ ਸ਼ਹਾਦਤਾਂ ਹੋਈਆਂ ਨੇ, ਜਦੋਜਹਿਦ ਹੋਈ ਹੈ। ਇਹ ਇਸ ਨੂੰ ਖੁਆਰ ਕਰਨ ਵਾਲੇ ਖੁਆਰ ਹੋਏ ਨੇ, ਰੁਲ ਜਾਣਗੇ। ਇੱਥੇ ਦੁਨੀਆ ਨੇ ਦੇਖਿਆ 55 ਸਾਲ ਰਾਜ ਕਰਨ ਵਾਲਾ ਔਰੰਗਜ਼ੇਬ, ਉਹਦੀ ਕਬਰ 'ਤੇ ਕੁੱਤੇ ਮੂਦਦੇ ਨੇ, ਤੇ ਉਹਦੇ ਖਿਲਾਫ 32 ਸਾਲ ਜਦੋਜਹਿਦ ਕਰਨ ਵਾਲਾ ਦਸਮ ਪਾਤਸ਼ਾਹ, ਉਹ ਜਿੱਥੇ ਚਰਨ ਧਰ ਕੇ ਉੱਥੇ ਦੀਵੇ ਜਾਗਦੇ ਪਏ। ਸ਼੍ਰੋਮਣੀ ਅਕਾਲੀ ਦਲ ਤਾਂ ਇਸੇ ਗੱਲ ਨੂੰ ਕਹਿੰਦੇ ਵੀ ਕੱਖ ਨਾ ਰਹੇ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ, ਜਿਨ੍ਹਾਂ ਨੇ ਕਰਾਈ ਆ, ਤੇ ਜਿਹੜੇ ਇਸ ਤੇ ਸਿਆਸਤ ਕਰਦੇ ਨੇ। ਇਹ ਪਰਮਾਤਮਾ ਉਹਨਾਂ ਦੇ ਮੂੰਹੋਂ ਕਢਵਾ ਰਿਹਾ, ਜਿਸ ਨੂੰ ਆਪ ਖੁਆਏ ਕਰਤਾ ਖੁਸ ਲੈ ਚੰਗਿਆਈ। ਜਦੋਂ ਪਰਮਾਤਮਾ ਨੇ ਕਿਸੇ ਨੂੰ ਮਾਰਨਾ ਹੁੰਦਾ, ਉਹਦੀ ਮੱਤ ਮਾਰਦਾ, ਉਹਨੂੰ ਡਾਂਗਾਂ ਨਾਲ ਨਹੀਂ ਮਾਰਦਾ। ਹੁਣ ਇਸ ਟੱਬਰ ਦੀ ਤੇ ਅਕਾਲੀ ਦਲ ਦੇ ਜਿਹੜੇ ਕਰਿੰਦੇ ਆ ਬਾਦਲ ਦੇ, ਉਹਨਾਂ ਦੀ ਮੱਤ ਮਾਰੀ ਗਈ। ਉਹ ਸੋਚਦੇ ਵੀ ਅਸੀਂ ਜਿਹੜਾ ਝੂਠ ਬੋਲ ਰਹੇ ਉਹਨੂੰ ਦੁਨੀਆ ਨਹੀਂ ਦੇਖ ਰਹੀ, ਅਸੀਂ ਤਾਂ ਨਿਕਲ ਗਏ। ਲੇਕਿਨ ਪਰਮਾਤਮਾ ਦੀ ਡਾਂਗ ਬਹੁਤ ਤਕੜੀ ਹੈ। ਉਹ ਜਦੋਂ ਵੱਜਦੀ ਨਾ, ਸੱਟ ਮਾਰਦੀ ਆ, ਤੇ ਆਵਾਜ਼ ਨਹੀਂ ਆਉਂਦੀ। ਇਹ ਇਹਨਾਂ ਨੂੰ ਸਮਝ ਲੈਣਾ ਚਾਹੀਦਾ, ਇਹਨਾਂ ਦਾ ਰਹਿਣਾ ਹੀ ਕੱਖ ਨਹੀਂ, ਵਾਕਿਆ ਨਹੀਂ ਕੱਖ ਰਹਿਣਾ ਨਾਲ। ਰਣਜੀਤ ਸਿੰਘ ਜੀ, ਉਹਦਾ ਜੀ ਗੱਲ ਕਰੀਏ ਕਿ ਲੱਗਦਾ ਹੁਣ ਲੋਕਾਂ ਦਾ ਇਹ ਵੀ ਇਲਜ਼ਾਮ ਹੈ ਕੈਪਟਨ ਸਰਕਾਰ ਤੇ ਖਾਸ ਕਰਕੇ, ਵੀ ਜਿਹੜੇ ਮਹਿੰਗੇ ਵਕੀਲ, ਜਿਹੜੇ ਇੱਕ ਗੈਂਗਸਟਰ ਨੂੰ, ਮੁਖਤਾਰ ਅੰਸਾਰੀ ਵਰਗੇ ਗੈਂਗਸਟਰਾਂ ਨੂੰ ਬਚਾਉਣ ਵਾਸਤੇ ਵੱਡੇ ਮਹਿੰਗੇ ਜਿਹੜੇ ਵਕੀਲ ਕੀਤੇ ਸੀ ਹਾਇਰ, ਵੀ ਉਹ ਗੁਰੂ ਦੀ ਬੇਅਦਬੀ ਵਾਸਤੇ ਹਾਇਰ ਕਿਉਂ ਨਹੀਂ ਕੀਤੇ ਗਏ? ਦੇਖੋ, ਇੱਕ ਤੇ ਇਹ ਸਰਕਾਰ ਦੇ ਜਿਹੜੇ ਫੈਸਲੇ ਸੀ ਉਹਨਾਂ ਦੇ ਵਿੱਚ ਮੈਨੂੰ ਬਹੁਤੀ ਸਟੱਡੀ ਨਹੀਂ, ਨਾ ਮੈਨੂੰ ਕੋਈ ਬਹੁਤੀ ਜਾਣਕਾਰੀ, ਮੈਂ ਕਿਸੇ 'ਤੇ ਇਲਜ਼ਾਮ ਲਾਵਾਂ। ਲੇਕਿਨ ਸਾਨੂੰ ਰਿਲੀਫ ਨਹੀਂ ਮਿਲੀ, ਜਿਹੜੀ ਰਿਲੀਫ ਸਰਕਾਰ ਨੂੰ ਦਿਵਾਉਣੀ ਚਾਹੀਦੀ ਸੀ ਸਿੱਖ ਕੌਮ ਨੂੰ, ਉਹ ਨਹੀਂ ਮਿਲੀ। ਹੁਣ ਕੀ ਲੱਗਦਾ, ਬਸ ਥੋੜ੍ਹਾ ਜਿਹਾ ਸਮਾਂ ਰਹਿ ਗਿਆ? ਕੋਈ ਮਨ ਦੇ ਵਿੱਚ ਆਸ ਹੈ, ਦਿਲ ਤੇ ਰੱਖ ਕੇ ਕਹਿਣਾ ਚਾਹੋਗੇ ਵੀ ਕੋਈ ਉਮੀਦ ਹੈ ਵੀ ਇਨਸਾਫ ਮਿਲ ਸਕਦਾ ਉਹਨਾਂ? ਦੇਖੋ, ਸਾਨੂੰ ਤਾਂ ਹੁਣ ਕੋਈ ਉਮੀਦ ਨਹੀਂ, ਸਾਨੂੰ ਤਾਂ ਕੋਈ ਉਮੀਦ ਨਹੀਂ। ਇਹ ਤਾਂ ਹੁਣ ਸਿੱਖਾਂ ਨੂੰ ਆਪਣਾ ਆਪਣੀ ਆਤਮਿਕ ਤੌਰ 'ਤੇ ਇੱਕ ਏਜੰਡਾ ਤਿਆਰ ਕਰਨਾ ਪਊਗਾ ਕਿ ਉਹ ਛਾਨਣਾ ਲਾ ਕੇ ਸਮਝ ਲੈਣ ਸਾਡੇ ਲੋਕ ਕੌਣ ਨੇ, ਖੈਰਖਵਾਹ ਕੌਣ ਨੇ, ਸਾਡੇ ਹਮਦਰਦ ਕੌਣ ਨੇ। ਸਾਨੂੰ ਬਾਰ-ਬਾਰ ਕੁਰਾਏ ਪਾਉਣ ਡਏ ਨੇ, ਝੂਠੇ ਵਚਨ ਦੇ ਕੇ, ਝੂਠੀਆਂ ਗੱਲਾਂ ਕਰਕੇ, ਜੇ ਝੂਠੀਆਂ ਕਸਮਾਂ ਖਾ ਕੇ, ਤੇ ਇਹ ਉਹਨਾਂ ਨੂੰ ਅਸੀਂ ਪਛਾਣਨਾ। ਆਖਰੀ ਸਵਾਲ ਇਹ ਹੋਊਗਾ, ਫਿਰ ਦੋਸ਼ੀਆਂ ਨੂੰ ਮੂਹਰੇ ਕੌਣ ਲੈ ਕੇ ਆਊਗਾ? ਹੁਣ ਦੋਸ਼ੀਆਂ ਨੂੰ ਮੂਹਰੇ ਲੈ ਆਂਦਾ ਸੀ, ਦੋਸ਼ੀ ਅੱਜ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹੇ। ਕਿੱਥੇ ਆ ਦੋਸ਼ੀ? ਅੱਜ ਲੱਭਦਾ, ਬਾਦਲ ਲੱਭਦਾ ਕਿਤੇ? ਉਹ ਸ਼ਕਲ ਦਿਖਾਉਣ ਦੇ ਲਾਇਕ ਨਹੀਂ। ਉਹ ਭੀੜ 'ਚ ਆ ਕੇ ਆਪਣੀ ਸਫਾਈ ਨਹੀਂ ਦੇ ਸਕਦਾ, ਗੱਲ ਨਹੀਂ ਕਰ ਸਕਦਾ। ਇੰਟਰਵਿਊ ਦੇ ਵਿੱਚ ਤਾਂ ਕਹਿੰਦੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਗਿਆ। ਇਹਦੇ ਕਹਿਣ ਨਾਲ ਥੋੜ੍ਹਾ ਹੋ ਜਾਣਾ। ਇਹ ਪਰਮਾਤਮਾ ਕਰਦਾ ਹੁੰਦਾ, ਅਤੇ ਪਰਮਾਤਮਾ ਜਦੋਂ ਕਰਦਾ ਹੁੰਦਾ ਉਹਨੂੰ ਟਾਈਮ ਲੱਗਦਾ। ਇਹਨੂੰ ਭੁਲੇਖਾ ਹੋਊਗਾ ਕਿ ਮੈਂ ਫਿਰ ਰਾਜ ਲੈ ਲੈਣਾ। ਇਹ ਜਦੋਂ ਲੋਕਾਂ ਦੀ ਕਚਹਿਰੀ 'ਚ ਆਊਗਾ, ਉਦੋਂ ਇਹਨੂੰ ਪਤਾ ਲੱਗੂਗਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਦੋਸਤੋ, ਇਹ ਸਨ ਭਾਈ ਰਣਜੀਤ ਸਿੰਘ ਜੀ। ਤੁਸੀਂ ਸੁਣ ਹੀ ਲਿਆ ਕਿ ਅਕਸਰ ਜਦ ਵੋਟਾਂ ਆਉਂਦੀਆਂ ਨੇ ਤਾਂ ਕੁਝ ਐਸੇ ਧਾਰਮਿਕ ਮੁੱਦਿਆਂ ਨੂੰ ਉਛਾਲ ਦੇ ਦਿੱਤੀ ਜਾਂਦੀ ਹੈ। ਪਹਿਲਾਂ 84, ਹੁਣ ਬੇਅਦਬੀ ਕਾਂਡ ਹੋ ਗਿਆ, ਗੋਲੀ ਕਾਂਡ ਹੋ ਗਿਆ, ਇਹਨਾਂ ਨੂੰ ਉਛਾਲ ਦੇ ਦਿੱਤੀ ਜਾਂਦੀ ਹੈ। ਸਰਕਾਰਾਂ ਦੇ ਮਨਾਂ ਦੇ ਵਿੱਚ ਪਤਾ ਨਹੀਂ ਕੀ ਹੈ। ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਵੀ ਗੱਲ ਕੀਤੀ ਕਿ ਪੋਲਿਟਿਕਸ ਨੂੰ ਸਮਝਣਾ ਬਹੁਤ ਔਖਾ ਹੈ। ਇੱਥੇ ਪੁੱਤ ਇੱਕ ਬਾਪ ਨਾਲ ਲੜ ਪੈਂਦਾ, ਇੱਕ ਧੀ ਇੱਕ ਬਾਪ ਨਾਲ ਲੜ ਪੈਂਦੀ ਹੈ ਪੋਲਿਟਿਕਸ ਦੇ ਵਿੱਚ ਆ ਕੇ। ਪੋਲਿਟਿਕਸ ਐਡੀ ਗੰਦੀ ਚੀਜ਼ ਹੈ। ਇਸ ਨੂੰ ਸਮਝਣ ਵਾਸਤੇ ਇੱਕ ਬਹੁਤ ਵੱਡਾ ਦਿਮਾਗ ਚਾਹੀਦਾ। ਹੁਣ ਜਿਹੜੇ ਬੇਅਦਬੀ ਕਾਂਡ ਦੇ ਜਿਹੜੇ ਦੋਸ਼ੀ ਸੀ, ਜਾਂ ਗੋਲੀ ਕਾਂਡ ਦੇ ਜਿਹੜੇ ਦੋਸ਼ੀ ਸੀ, ਉਹਨਾਂ ਨੂੰ ਇਨਸਾਫ ਮਿਲਦਾ ਕਿ ਨਹੀਂ ਮਿਲਦਾ, ਇਹ ਤਾਂ ਚੋਣਾਂ ਤੋਂ ਪਹਿਲਾਂ ਪਤਾ ਲੱਗੇਗਾ ਕਿ ਕੀ ਕੈਪਟਨ ਸਰਕਾਰ ਆਪਣੇ ਕੀਤੇ ਵਾਅਦੇ 'ਤੇ, ਜਿਹੜੇ ਚੋਣ ਪ੍ਰਚਾਰ ਉਹਨਾਂ ਨੇ 17 ਦੇ ਵਿੱਚ ਕੀਤੇ ਸੀ ਕਿ ਬਹਿਬਲ ਕਲਾਂ ਗੋਲੀ ਕਾਂਡ ਦਾ, ਗੁਰੂ ਸਾਹਿਬਾਨ ਦੀ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜਨਤਕ ਕੀਤਾ ਜਾਵੇਗਾ, ਉਹਨਾਂ ਨੂੰ ਦੋਸ਼ੀ ਕਰਾਰ ਕੀਤਾ ਜਾਵੇਗਾ, ਸਜ਼ਾ ਦਿੱਤੀ ਜਾਵੇਗੀ, ਕਿ ਉਹਨਾਂ ਨੂੰ ਸਜ਼ਾ ਮਿਲਦੀ ਹੈ ਜਾਂ ਨਹੀਂ, ਜਾਂ ਇਸੇ ਤਰ੍ਹਾਂ ਸਿਆਸਤ ਚੱਲਦੀ ਰਹੇਗੀ। ਜਦ ਵੀ ਵੋਟਾਂ ਆਉਣਗੀਆਂ, ਇਹਨਾਂ ਧਾਰਮਿਕ ਮੁੱਦਿਆਂ ਨੂੰ ਉਛਾਲ ਕੇ ਵੋਟਾਂ ਲੈਂਦੇ ਰਹਿਣਗੇ। ਉਮੀਦ ਕਰਦੇ ਹਾਂ ਦੋਸਤੋ ਇੰਟਰਵਿਊ ਚੰਗੀ ਲੱਗੀ ਹੋਊਗੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਹੋਰ ਇਹੋ ਜਿਹੀਆਂ ਸ਼ਖਸੀਅਤਾਂ ਨਾਲ ਸਮੇਂ-ਸਮੇਂ ਸਿਰ ਤੁਹਾਨੂੰ ਮਿਲਾਉਂਦੇ ਰਹਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬੱਲ ਨੂੰ ਦਿਓ ਇਜਾਜ਼ਤ, ਤੇ ਵੇਖਦੇ ਰਹੋ ਨਿਰਪੱਖ ਪੋਸਟ ਚੈਨਲ। ਧੰਨਵਾਦ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ, ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ। ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।